शेष सुरेश महेश थके विदिता, नाहि किसी से लिखी उलटी। रघु सौ मृग सौ बलि बामन सौ, नहीं रावण सौ तिन सो न हटी। पुन पांडव सौ दुर्योधन सौ, कछु नाहि चले जब अवध घटी। कंकन शिशुपाल के हाथ रहो, विधि ना कछु और की और सटी। विधि ना कछु और की और सटी। गुरु प्यारेओ, सिख धर्म के महान विद्वान पंडित गुलाब सिंह जी महाराज, उन्हों का वेदांत का बेजोड़ सूक्ष्म बिरती का महान ग्रंथ मोक्ष पंथ प्रकाश श्रवण कर रहे हैं। प्रथम जेड़ा निवास वो चल रहा है, तकरीबन आप अज 53वां सवैया श्रवण करना है। श्रवण करिए। ये चित वेद सो मानियो रे पुनः, कारण को निर्धार सुनावै। और न कारण को भव में, चतुरानन एक सो हेत बतावै। बैनन बास सो मान कहै, इम वेदन की नर साख दिखावै। ते मतिमान विचार करै, बब गोप मतो नर ताहि न पावै। ग्रंथाकार दा इस श्लोक विच सिद्धांत वर्णन करन दा ही परम मनोरथ है। पंडित गुलाब सिंह जी वर्णन करते ने वेद प्राण सिमरतियां ते शास्त्र जेडे मूल ग्रंथ है, मूल सुरतियां, मूल उन्हां दा सिद्धांत है, वो सारियां दा आद करता ब्रह्मा नूं मन्निया गया है। भी ये सारा कुछ जेड़ा है ब्रह्मा ही उन्हां विच सारियां नूं यही कहा गया भी ये सारे ग्रंथां विच ब्रह्मा ही सब तो करता है, सृष्टि नूं ब्रह्मा ही बनाउण वाला है। उदू परे उन्हां तो बाद कोई करता नहीं है। ते उहनूं हिरण्यगर्भाभ्याम हिरण्यगर्भ आदि स्वरूप भी मन्निया है किते किते शास्त्रकारां ने। वो प्रक्रिया अनुसार वेदांत विच आपां अगे जाके श्रवण भी करांगे। ते मीमांसक जेडे ने वो वेद ही दिल दे विच रख के, हिरदे विच रख के ਉਹਦੇ ਕਾਰਨ ਦਾ ਨਿਰਣय ਕਰਦੇ। ਇਹ ਚਿਤ ਵੇਦ ਸੋ ਮਾਨ ਉਰੇ ਪੁਨ, वेद ਨੂੰ ਹਿਰਦੇ ਵਿੱਚ ਰੱਖ ਕੇ ਪ੍ਰਮਾਣ ਭਾਲ ਕੇ वेद ਵਿੱਚੋਂ ਗੱਲ ਕਰਦੇ ਨੇ। ਕਾਰਨ ਕੋ ਨਿਰਧਾਰ ਸੁਣਾਵੇ, ਉਹਦੇ ਕਾਰਨ ਨੂੰ, ਸ੍ਰਿਸ਼ਟੀ ਦੇ ਕਾਰਨ ਨੂੰ, ਜਗਤ ਦੇ ਕਾਰਨ ਦਾ ਨਿਰਧਾਰਤ ਕਰਕੇ ਦੱਸਦੇ ਨੇ ਵੀ ਭਾਈ ਕੀ ਹੈ। वेदां ਦਾ ਵਿਖਿਆਨ ਜਿਹੜਾ ਚੱਲਦਾ। ਔਰ ਨਾ ਕਾਰਨ ਕੋ ਭਵ ਮੈਂ, ਕਹਿੰਦੇ ਇਸ ਭਵ ਸਾਗਰ ਦੇ ਵਿੱਚ ਹੋਰ ਕੋਈ ਕਾਰਨ ਨਹੀਂ ਹੈ। ਚਤੁਰਾਨਨ, चतुर ने आनन मुख, आनन मीन्स मुख, चार मुख वाले एक सो हेत बतावा, एक ही है वो ब्रह्मा है। ब्रह्मा के चार मुख है ना, चतुरानन 14 भौण रचे, पर विद्या समता नाहि मझारा। आप पढ़ के हिसाब किताब ये कहते भी चतुरानन एक सो हेत बतावा, कि चतुरानन ही ब्रह्मा ही एक हेतु है, कारण है इस सृष्टि का। बैनन भास सो मान कहे, कहते जेडे बैनन का अर्थ इत्थे ग्रंथाकार ने दिता है भी जेड़ा बोलना है ना, भाव जेड़ा बोल के दसना है, ब्रह्मा आदि कारण का जेड़ा दसना है,
ਉਹ ਸਿਮਰਤੀਆਂ ਸਾਰੇ ਪ੍ਰਮਾਣ ਦੱਸਦੇ ਨੇ, ਬੋਲ ਕੇ ਦੱਸ ਰਹੇ ਨੇ। ਸੋ ਮਾਨਕ ਹੈ ਇਮ ਵੇਦਨ ਕੀ ਨਰ ਸਾਖ ਦਿਖਾਵਾ। ਇਹ ਵੇਦਾਂ ਦੀ ਸ਼ਾਖਾ ਹੈ, ਯਾਨੀ ਵੇਦਾਂ ਦੇ ਵਿੱਚ ਇਹ ਵਿਖਿਆਨ ਹੈ, ਇਹਦੇ ਵਿੱਚ ਕੋਈ ਅਸ਼ੰਕਾ ਵਾਲੀ ਗੱਲ ਨਹੀਂ ਹੈ। ਜਿਹੜਾ ਹਿਰਨ ਗਰਭਵਾਦੀ ਜਿਹੜਾ ਸਰੂਪ ਹੈ ਉਹ ਵੀ ਸਾਖੀ ਹੋ ਕੇ ਦੱਸਦਾ ਹੈ, ਉਸੇ ਤਰ੍ਹਾਂ ਦਾ ਹੀ ਅਰਥ ਬੋਧ ਆਪਾਂ ਨੂੰ ਸਮਝ ਆਉਂਦਾ। ਤੇ ਮਤੀਮਾਨ ਵਿਚਾਰ ਕਰੇ ਭਵ ਗੋਪ ਮਤੋ ਨਰ ਤਾਹੇ ਨਾ ਪਾਵੇ। ਕਹਿੰਦੇ ਭਵ ਸਾਗਰ ਦੇ ਵਿੱਚ ਇਹ ਵਿਚਾਰ ਕੇ ਵਿਧੀਮਾਨਾਂ ਨੇ, ਮਤੀਮਾਨਾਂ ਨੇ ਗੱਲ ਕਹੀ ਹੈ। ਮਤ ਮਤਾਂਤਰ ਮੰਨਣ ਵਾਲਿਆਂ ਨੇ, ਭਵ ਮੀਮਾਂਸਕਾਂ ਨੇ ਵੀ ਇੱਥੇ ਕਹਿ ਸਕਦੇ ਹਾਂ ਆਪਾਂ, ਇਹ ਗੱਲ ਕੀਤੀ ਹੈ ਪ੍ਰਮਾਣ ਦੇ ਅਨੁਸਾਰ, ਪ੍ਰਮਾਣ ਦੇ ਢੰਗ ਨਾਲ, ਵੀ ਬੁੱਧੀ ਦੇ ਬਲ ਨਾਲ ਵਿਚਾਰ ਕਰੇ। ਭਾਵ ਗੋਪ ਮਤ ਜਿਹੜਾ ਹੈ ਗੋਪਨੀਆ ਮਤ ਹੈ, ਜਿਹੜਾ ਗੋਪ ਦਾ ਅਰਥ ਹੈ ਗੁਪਤ ਮਤ ਹੈ, ਜਿਹੜਾ ਸ਼ਬਦਾਂ ਦੇ ਜਾਲ ਵਿੱਚ ਹੀ ਨਹੀਂ ਆਉਂਦਾ, ਉਹਨੂੰ ਫਿਰ ਵੀ ਕੋਈ ਪਾ ਨਹੀਂ ਸਕਦਾ, ਚਾਹੇ ਬ੍ਰਹਮਾ ਹੋਵੇ ਚਾਹੇ ਕੋਈ ਹੋਰ ਹੋਵੇ। ਭਾਵ ਅਦੁੱਤੀय ਜਿਹੜਾ ਸੱਚ ਦਾ ਆਨੰਦ ਹੈ ਨਾ, ਉਹ ਨਿਮਿਤ ਉਪਾਦਾਨ ਕਾਰਨ ਹੈ ਇਸ ਜਗਤ ਦਾ, ਈਸ਼ਵਰ ਹੀ ਕਾਰਨ ਹੈ। ਇਸ ਲਈ ਭਵ ਗੋਪ ਮਤੋ ਨਰਤਾ ਹੀ ਨਾ ਪਾਵੈ। ਗੋਪਮਤੀ ਉਸ ਈਸ਼ਵਰ ਦੀ ਗੋਹੀਆ ਬਾਤ ਨੂੰ ਕੋਈ ਵੀ ਮਤ ਪ੍ਰਦਰਸ਼ਨ ਨਹੀਂ ਕਰ ਸਕਦਾ। ਐਂ ਵੀ ਆਪਾਂ ਇਹਦਾ ਅਰਥ ਬਣਾ ਸਕਦੇ ਹਾਂ, ਲਾ ਸਕਦੇ ਹਾਂ। ਨਰਾਜ ਚੰਦ ਹੁਣ ਵੇਦਾਂਤ ਦਾ ਨਿਰੂਪਣ ਕਰਨ ਲੱਗਦਾ ਗ੍ਰੰਥਾਕਾਰ ਇਹ ਤੋਂ ਬਾਅਦ। ਹਿਰਨ ਗਰਭ ਦੀ ਗੱਲ ਕਰਕੇ ਮਤ ਦੱਸ ਦਿੱਤਾ, ਤੇ ਹੁਣ ਵੇਦਾਂਤ ਦੀ ਗੱਲ ਕਰਦੇ ਨੇ ਗ੍ਰੰਥਾਕਾਰ ਪੰਡਿਤ ਗੁਲਾਬ ਸਿੰਘ ਜੀ ਨਰਾਜ ਚੰਦ ਦੁਆਰਾ। ਸੋ ਇੱਕ ਰੂਪ ਹੈ ਸਦਾ ਸੋ ਜੀਵ ਭੇਦ ਭਾਨੀਏ, ਆਨੰਦ ਪੂਰ ਧਾਰ में न दुख लेश आनीए। सो ज्ञान रूप धाम में सो मोह एक जानिए, आकाश आदि देह लो सो सुनो ताही मानिए। ਸੁਨੋਤਾ ਹੀ ਮਾਨੀ, ਸੁਨੋਤਾ ਹੀ ਸੁੱਤ ਨੂੰ ਕਹਿੰਦੇ ਆ। ਗ੍ਰੰਥਾਕਾਰ ਕਹਿੰਦੇ ਸੋ ਏਕ ਰੂਪ ਹੈ ਸਦਾ। वेदांत कहता है वो ईश्वर एक रूप है, सदा ਲਈ ਇੱਕ ਰੂਪ ਹੈ। ਸੋ ਜੀਵ ਭੇਦ ਮਾਨੀਏ, ਜਿਹੜੇ ਜੀਵ ਆਪਾਂ ਦੇਖ ਰਹੇ ਹਾਂ ਇੱਕ ਭੇਦ ਹੈ। ਇਹ ਭੇਦ ਦੀ ਵਿਰਤੀ ਨਾਲ ਹੀ ਸਾਨੂੰ ਭਾਸ਼ਿਤ ਹੁੰਦੇ ਆ। ਇੱਕ ਉਹਦਾ ਭੇਦ ਹੈ, ਜਦ ਕਿ ਉਹ ਇੱਕ ਹੀ ਹੈ, ਈਸ਼ਵਰ ਇੱਕ ਹੈ। ਜਿਵੇਂ ਸੂਰਜ ਇੱਕ ਹੁੰਦਾ ਹੈ ਤੇ ਲੱਖ ਘੜਾ ਪਾਣੀ ਦਾ ਭਰ ਕੇ ਰੱਖ ਦਈਏ, ਪ੍ਰਤੀਬਿੰਬ ਸਾਰਿਆਂ 'ਚ ਪੈਂਦਾ। ਹੁਣ ਜੇ ਆਪਾਂ ਕਹੀਏ 1000 ਲੱਖ ਸੂਰਜ ਤਾਂ ਹੋ ਨਹੀਂ ਸਕਦਾ, ਸੂਰਜ ਤਾਂ ਇੱਕ ਹੀ ਰਹਿਣਾ। ਉਸੇ ਤਰ੍ਹਾਂ ਹੀ ਸੋ ਜੀਵ ਭੇਦ ਮਾਨੀਏ, ਜੀਵ ਤਾਂ ਭੇਦ ਨਾਲ ਹੈ, ਜੀਵ ਦੀ ਉਪਾਧੀ ਹੈ ਤੇ ਜੀਵ ਭੇਦ ਨਾਲ ਆਪਾਂ ਨੂੰ ਭਾਸ਼ਿਤ ਹੁੰਦਾ। ਜਿੱਦੇ ਉਪਾਧੀ ਖਤਮ ਹੋ ਜਾਂਦੀ ਹੈ, ਜੀਵ ਖਤਮ ਹੋ ਜਾਂਦਾ। ਉਸੇ ਤਰ੍ਹਾਂ ਆਨੰਦਪੁਰ ਧਾਰ ਮੇ ਨਾ ਦੁੱਖ ਲੇਸ ਮਾਨੀਏ। ਕਹਿੰਦੇ ਆਨੰਦਪੁਰ ਜਿਹੜੀ ਬਿਰਤੀ ਹੈ, ਬ੍ਰਹਮਾ ਆਨੰਦ, ਈਸ਼ਵਰ ਆਨੰਦ, ਈਸ਼ਵਰ ਦੇ ਆਨੰਦ ਵਿੱਚ ਰਹਿਣ ਵਾਲਾ ਜਿਹੜਾ ਸਮਾਂ ਹੈ, ਪਰਮ ਆਨੰਦ ਦਾ ਜਿਹੜਾ ਸਮਾਂ ਹੈ, ਉਹ ਦੁੱਖ ਲੇਸ਼ ਨਾ ਦੁੱਖ ਲੇਸ਼ ਮਾਨੀਏ। ਉੱਥੇ ਦੁੱਖ ਦੀ ਲੇਸ਼ ਮਾਤਰ ਵੀ ਨਹੀਂ ਆਉਂਦੀ ਉਸ ਆਨੰਦ ਦੇ ਵਿੱਚ, ਜਦੋਂ ਬੰਦਾ ਜੀਵ ਸਦਾਕਾਰ ਹੋ ਜਾਂਦਾ, ਪਹੁੰਚ ਜਾਂਦਾ, ਤੇ ਵਿਸ਼ਾ ਆਨੰਦ ਉਤੋਂ ਦੂਰ ਕੋਹਾਂ ਦੂਰ ਰਹਿ ਜਾਂਦੇ। ਸੋ ਗਿਆਨ ਰੂਪ ਧਾਮ ਮੇ ਸੋ ਮੋਹ ਇੱਕ ਜਾਨੀਏ। ਕਹਿੰਦੇ ਉਸ ਗਿਆਨ ਰੂਪ, ਸੋ ਗਿਆਨ ਦਾ ਅਰਥ ਹੈ ਸੋਚੂ ਗਿਆਨ, ਸ੍ਰੇਸ਼ਟ ਗਿਆਨ, ਉੱਤਮ ਗਿਆਨ। ਉੱਤਮ ਗਿਆਨ ਜਦੋਂ ਰੂਪ ਧਾਮ ਮੇ, ਕਹਿੰਦੇ ਉਹ ਜਿਹੜਾ ਧਾਮ ਹੈ, ਸੋ ਗਿਆਨ ਰੂਪ ਧਾਮ ਮੈਂ ਨਾ ਸੋ ਮੋਹ ਇੱਕ ਜਾਨੀਏ। ਕਹਿੰਦੇ ਉਸ ਧਾਮ ਦੇ ਵਿੱਚ ਜਦੋਂ ਆਪਾਂ ਪਹੁੰਚ ਜਾਂਦੇ ਹਾਂ, ਜਾਂ ਉਸ ਧਾਮ ਦੀ ਜਦੋਂ ਗੱਲਬਾਤ ਕਰਦੇ ਹਾਂ ਨਾ, ਉਹਦੀ ਰਚਨਾ ਦੀ, ਗਿਆਨ ਦੀ, ਤਾਂ ਉਹ ਚੇਤਨ ਸਰੂਪ ਹੈ ਤੇ ਜੀਵ ਤੋਂ ਭਿੰਨ ਹੈ, ਅਦੁੱਤੀ ਹੈ, ਸੱਚ ਦਾ ਆਨੰਦ ਹੈ। ਉਹਦੇ ਰਚਨਾ ਦੇ ਅਨੁਕੂਲ ਜਦੋਂ ਜੀਵ ਜਾਂਦਾ ਹੈ, ਜਾਂ ਰਚਨਾ ਦੇ ਅਨੁਕੂਲ ਜਦੋਂ ਹੁੰਦਾ ਹੈ, ਤਾਂ ਉਦੋਂ ਉਪਾਦਾਨਤਾ ਫਿਰ ਉਹਨੂੰ ਸਿੱਧ ਕਰਨ ਲਈ ਗ੍ਰੰਥਾਕਾਰ ਦੱਸਦੇ ਨੇ ਵੀ ਜਿਹੜਾ ਸੱਚ ਦਾ ਆਨੰਦ ਹੈ ਉਹ ਬ੍ਰਹਮ ਸਥਾਨ ਦੇ ਵਿੱਚ ਸਮੋਹ ਇੱਕ ਜਾਨੀਏ। ਕਹਿੰਦੇ ਸਮੋਹ ਹੋ ਜਾਂਦਾ, ਭਾਵ ਉਸ ਧਾਮ ਦੇ ਵਿੱਚ ਜੀਵ ਨੂੰ ਸੰਮੋਹਨ ਹੋ ਜਾਂਦਾ ਹੈ। ਜੀਵ ਜਿਹੜਾ ਹੈ ਉਸ ਧਾਮ ਦੇ ਵਿੱਚ ਜਾਣ ਲਈ ਇੱਕ ਤਰ੍ਹਾਂ ਦਾ ਮੋਹ ਕਰਨ ਲੱਗ ਜਾਂਦਾ ਹੈ, ਉਹਨੂੰ ਮੋਹ ਪੈਦਾ ਹੋ ਜਾਂਦਾ ਉਸ ਧਾਮ ਵਿੱਚ। ਆਪਾਂ ਨੂੰ ਸਾਰਿਆਂ ਨੂੰ, ਜਿਹੜੇ ਬੰਦਗੀ ਵਾਲੇ ਪੁਰਸ਼ ਆ, ਉਹਨਾਂ ਨੂੰ ਸਾਰਿਆਂ ਨੂੰ ਮੋਹ ਹੈ ਰੱਬ ਦੇ ਚਰਨਾਂ ਨਾਲ। ਉਹ ਚਾਹੁੰਦੇ ਆ ਵੀ ਅਸੀਂ ਉਸ ਧਾਮ ਦੇ ਵਿੱਚ ਪਹੁੰਚੀਏ, ਹੈ ਨਾ। ਸੋ ਗਿਆਨ ਰੂਪ ਧਾਮ ਮੇ ਸੋ ਮੋਹ ਇੱਕ ਜਾਨੀਏ। ਕਹਿੰਦੇ ਉਹ ਮੋਹ ਰੂਪ ਇੱਕ ਸ਼ਕਤੀ ਹੈ ਜਿਹੜੀ
ਉਹ ਉਹਨੂੰ ਖਿੱਚ ਕੇ ਉਧਰ ਨੂੰ ਲੈ ਕੇ ਜਾਂਦੀ ਹੈ, ਸਾਰੇ ਜਗਤ ਦੇ ਕਾਰਨ ਕਰਤੇ ਹਰ ਈਸ਼ਵਰ ਦੇ ਵੱਲ ਨੂੰ। ਆਕਾਸ਼ ਆਦਿ ਦੇਹ ਲਓ, ਸੋ ਸੁਨਤ ਆਹੀ ਮਾਨੀਏ। ਕਹਿੰਦੇ ਆਕਾਸ਼ ਆਦਿ ਜਿਹੜੇ ਸਥੂਲ ਸਰੀਰ ਹੈ, ਸੂਖਸ਼ਮ ਹੈ, ਪੰਜ ਭੂਤਕ ਹੈ ਜਿਹੜੇ, ਉਹ ਸਾਰੇ ਹੀ ਆਕਾਸ਼ ਤੋਂ ਲੈ ਕੇ ਸਮਸ਼ਟੀ, ਵਿਅਸ਼ਟੀ ਤੇ ਜਿਹੜੇ ਸੂਖਸ਼ਮ ਤੇ ਸਥੂਲ ਜਿੰਨੇ ਵੀ ਹੈਗੇ ਆ, ਇਹ ਲੋਕ ਹੈ, ਸਰੀਰ ਹੈ, ਸਰੂਪ ਹੈ, ਉਹ ਸਾਰਿਆਂ ਦੇ ਵਿੱਚ ਭਾਵ ਉਹ ਈਸ਼ਵਰ ਦੇ ਹੀ ਸਾਰੇ ਸੁਪੁੱਤਰ ਹੈ। ਸੋ ਸੁਨੁਤਾ ਹੀ ਮਾਨੀ, ਸੁਨੁਤ ਕਿਹਾ ਜਾਂਦਾ ਹੈ, ਸੁਨੁਤ ਸ਼ਬਦ ਹੈ ਵੀ ਉਹ ਈਸ਼ਵਰ ਦੇ ਹੀ ਸਾਰੇ ਸੁਨੁਤ ਨੇ। ਸੋਚੂ ਸੁਨੁਤਾ ਸੁਨਤਾ ਤੇ ਭਾਵ ਕਿਹਦੇ ਆ ਉਹ? ਕਹਿੰਦੇ ਈਸ਼ਵਰ ਤੋਂ ਪਹਿਲਾਂ ਆਕਾਸ਼ ਆਦਿ ਦੇ, ਉਹ ਵੀ ਸਾਰੇ ਅਗਿਆਨ ਘਿਰਤਾ ਹੈ। ਆਕਾਸ਼ ਆਦਿ ਕਿਸੇ ਦਿਨ ਨੂੰ ਫਿਰ ਜਦੋਂ ਗਿਆਨੀ ਗਿਆਨ ਵਿੱਚ ਜਾਂਦਾ ਤਦਾਕਾਰ ਹੁੰਦਾ, ਉਹਨੂੰ ਆਕਾਸ਼ ਆਦਿ ਵੀ ਨਹੀਂ ਰਹਿੰਦੇ ਉਹਦੇ ਲਈ। ਉਹ ਵੀ ਉਹਨੂੰ ਪਤਾ ਲੱਗ ਜਾਂਦਾ ਵੀ ਛਿਣ ਭੰਗਰੀ ਹੈ, ਆਕਾਸ਼ ਵੀ ਦ੍ਰਿਸ਼ਟੀ ਗੋਚਰੀ ਹੈ। ਜੇ ਅੱਖਾਂ ਨਾਲ ਦੇਖਦੇ ਆ ਤਾਂ ਆਕਾਸ਼ ਹੈ, ਜੇ ਅੱਖਾਂ ਨਾ ਹੋਣ ਤਾਂ ਆਕਾਸ਼ ਦਿਖਦਾ ਹੀ ਨਹੀਂ। ਇਸ ਲਈ ਆਕਾਸ਼ ਆਦਿ ਦੇਹ ਲਓ, ਸੋ ਸੁਨਤਾ ਹੀ ਮਾਨੀਏ। ਉਦੋਂ ਤੱਕ ਹੀ ਜਿਹੜਾ ਇਹ ਉਸ ਅਗਿਆਨਕ੍ਰਿਤ ਵਸਤੂ ਦੇ ਪੁੱਤਰਾਂ ਨੂੰ, ਉਹਦੀ ਬਣਾਈ ਹੋਈ ਸ੍ਰਿਸ਼ਟੀ ਨੂੰ ਹੀ ਆਪਾਂ ਮੰਨਦੇ ਹਾਂ। ਤੇ ਜਦੋਂ ਆਪਾਂ ਨੂੰ ਗਿਆਨ ਹੋ ਜਾਂਦਾ ਤਾਂ ਉਹ ਸਾਰੀ ਸ੍ਰਿਸ਼ਟੀ ਉਹਦੀ ਖਤਮ ਹੋ ਜਾਂਦੀ ਹੈ। ਉਸੇ ਤਰ੍ਹਾਂ ਗ੍ਰੰਥਾਕਾਰ ਨੇ ਇਹਦੇ ਵਿੱਚ ਵਰਣਨ ਕੀਤਾ ਵੀ ਭਾਈ ਸੱਜਣੋ, ਵੀ ਇਹ ਇੱਕ ਸ਼ਕਤੀ ਹੈ, ਅਗਿਆਨ ਰੂਪ ਇੱਕ ਸ਼ਕਤੀ ਹੈ। ਕਾਰਨਤਾ, ਸ੍ਰਿਸ਼ਟੀ ਦੀ ਜਿਹੜੀ ਕਾਰਨਤਾ ਹੈ, ਸਾਰੇ ਜਗ ਦੀ ਕਾਰਨਤਾ ਸ੍ਰਿਸ਼ਟੀ ਕੌਣ ਹੈ? ਅਗਿਆਨ ਇੱਕ ਸ਼ਕਤੀ। ਤੇ ਇਹ ਜਿਹੜੇ ਆਕਾਸ਼ ਆਦਿ ਪੰਜ ਤੱਤਵ ਹੈ ਦੂਜੇ ਸਾਰੇ, ਇਹ ਕੀ ਆ ਉਹਦੇ? ਆਕਾਸ਼ ਆਦਿ ਦੇ ਲੋ, ਸੋ ਸੁਨਤਾ ਹੀ ਮਾਨੀ, ਇਹ ਤਾਂ ਉਹਦੇ ਪੁੱਤਰ ਆਦਿ ਹੈ। ਇਹ ਸਾਰੇ ਹੀ ਉਹਦੇ ਸ੍ਰਿਸ਼ਟੀ ਦਾ ਪਰਿਵਾਰ ਹੈ, ਅਗਿਆਨ ਸ਼ਕਤੀ ਦਾ। ਇਸ ਲਈ ਗਿਆਨ ਕਰਨ ਲਈ ਕੁਝ ਵੀ ਨਹੀਂ ਹੈ, ਗਿਆਨ ਕਰਨ ਲਈ ਸ੍ਰਿਸ਼ਟੀ ਨਹੀਂ ਹੈ। ਤਿੰਨੇ ਕਾਲਾਂ ਵਿੱਚ ਕੋਈ ਸ੍ਰਿਸ਼ਟੀ ਦਾ ਨਾਮੋ ਨਿਸ਼ਾਨ ਨਹੀਂ ਗਿਆਨੀ ਦੇ ਸਾਹਮਣੇ। ਇਸ ਲਈ ਇਹ ਗ੍ਰੰਥਾਕਾਰ ਨੇ ਵਰਣਨ ਕਰਨਾ ਸ਼ੁਰੂ ਕਰਤਾ। ਹੁਣ ਵਿਦਾਨ ਦੀਆਂ ਗੱਲਾਂ ਇਸੇ ਤਰ੍ਹਾਂ ਹੀ ਹੋਣਗੀਆਂ। ਚੌਪਈ। ਮਾਇਆ ਜੁਗਤ ਸੋ ਬ੍ਰਹਮ ਮਹਾਨ, ਤਾਹੇ ਤੇ ਸਭ ਹੋਇਓ ਭਾਨ। ਯੋ ਬੇਦਾਂਤੀ ਪ੍ਰਗਟ ਬਖਾਨੈ, ਰੱਜੂ ਸਰਪ ਜਉ ਦ્વੈਤ ਪਛਾਨੈ। ਕਹਿੰਦੇ ਮਾਇਆ ਯੁਕਤ, ਮਾਇਆ ਦੇ ਨਾਲ ਉਪੇਹਿਤ ਜੁੜਿਆ ਹੋਇਆ ਉਹ ਜਿਹੜਾ ਬ੍ਰਹਮ ਹੈ ਉਹ ਮਹਾਨ ਹੈ। ਜਦੋਂ ਮਾਇਆ ਨਾਲ ਜੁੜਿਆ ਆਪਾਂ ਨੂੰ ਲੱਗਦਾ ਵੀ ਬਹੁਤ ਵੱਡਾ ਹੈ, ਬਹੁਤ ਵੱਡੀ ਉਹਦੀ ਸ੍ਰਿਸ਼ਟੀ ਹੈ। ਤਾਹੇ ਤੇ ਸਭ ਹੋਇਓ ਭਾਨ, ਕਹਿੰਦੇ ਤਾਂ ਹੀ ਇਹ ਸਾਰਾ ਭਾਨ ਹੁੰਦਾ ਹੈ। ਜੇ ਮਾਇਆ ਦਾ ਪਸਾਰਾ ਹੀ ਨਾ ਹੋਵੇ ਤੇ ਆਪਾਂ ਨੂੰ ਭਾਨ ਨਹੀਂ ਹੁੰਦਾ। ਇਹ ਅੱਖਾਂ ਵੀ ਮਾਇਆ ਦੀਆਂ ਹੀ ਹੈ, ਇਹ ਸਰੀਰ ਵੀ ਮਾਇਆ ਦਾ ਹੈ, ਤੇ ਭਾਨ ਵੀ ਮਾਇਆ ਕਰਕੇ ਹੀ ਹੁੰਦਾ। ਤੇ ਜੇ ਮਾਇਆ ਉਪਕ੍ਰਿਤ, ਮਾਇਆ ਦੁਆਰਾ ਬਣਾਇਆ ਹੋਇਆ ਇਹ ਸਰੀਰ ਨਾ ਹੋਵੇ ਤੇ ਫਿਰ ਭਾਨ ਕਿਵੇਂ ਹੋਵੇ? ਇਸ ਲਈ ਜੋ ਕੁਝ ਭਾਨ ਹੁੰਦਾ ਵੀ ਮਾਇਆ ਦੇ ਸਰੂਪ ਵਿੱਚ ਹੀ ਹੈ। ਤੇ ਬ੍ਰਹਮ ਮਹਾਨ ਹੈ, ਜੋ ਵਿਦਾਂਤੀ ਪ੍ਰਗਟ ਬਖਾਨਾ। ਕਹਿੰਦੇ ਇਹ ਗੱਲ ਵਿਦਾਂਤੀ ਜਿਹੜੇ ਆ ਪ੍ਰਗਟ ਹੋ ਗਏ ਆ ਨਿਸ਼ਚੇ ਨਾਲ ਕਹਿੰਦੇ ਆ। ਰੱਜੂ ਸਰਪ ਜੋ ਦ્વੈਤ ਪਛਾਨੇ। ਰੱਜੂ ਸਰਪ ਤੁਸੀਂ ਹੁਣ ਸਮਝ ਲਓਗੇ। ਮੈਂ ਤੁਹਾਨੂੰ ਦੱਸ ਦਿੰਦਾ, ਰੱਜੂ ਕਹਿੰਦੇ ਆ ਰੱਸੀ ਨੂੰ, ਤੇ ਸਰਪ ਕਹਿੰਦੇ ਆ ਸੱਪ ਨੂੰ। ਕਹਿੰਦੇ ਰੱਸੀ ਰਸਤੇ ਦੇ ਵਿੱਚ ਪਈ ਹੋਵੇ ਤੇ ਕਈ ਵਾਰ ਆਪਾਂ ਨੂੰ ਨਾ ਭਾਨ ਹੋ ਜਾਂਦਾ ਵੀ ਯਾਰ ਸੱਪ ਪਿਆ, ਰੱਸਾ ਪਿਆ ਹੋਵੇ ਨਾ ਮੋਟਾ ਥੋੜਾ ਜਿਹਾ, ਆਪਾਂ ਨੂੰ ਦੂਰੋਂ ਮਹਿਸੂਸ ਹੋ ਜਾਂਦਾ ਵੀ ਇਹ ਤਾਂ ਸੱਪ ਪਿਆ। ਪਰ ਵਾਸਤਵਿਕਤਾ ਜਦੋਂ ਆਪਾਂ ਕੋਲ ਜਾਂਦੇ ਹਾਂ ਤੇ ਉਹ ਨਿਕਲਦੀ ਰੱਸੀ ਹੈ। ਕਈ ਵਾਰ ਆਪਾਂ ਸੋਟੀ ਮਾਰ ਕੇ ਦੇਖ ਲੈਂਦੇ ਹਾਂ, ਹਿਲਾ ਕੇ ਦੇਖ ਲੈਂਦੇ ਹਾਂ, ਡਲਾ ਮਾਰ ਲੈਂਦੇ ਹਾਂ, ਖੜਕਾ ਕਰ ਦਿੰਦੇ ਹਾਂ ਵੀ ਹਿੱਲੂਗਾ ਕੁਛ। ਤੇ ਜਦੋਂ ਆਪਾਂ ਨੇੜੇ ਜਾਂਦੇ ਹਾਂ ਉਹਦਾ ਪਤਾ ਲੱਗਦਾ ਤਾਂ ਨਿਕਲਦੀ ਉਹ ਰੱਸੀ ਹੋਈ ਹੈ, ਜੜ ਨਿਕਲਦੀ ਹੈ, ਸੱਪ ਹੁੰਦਾ ਹੀ ਨਹੀਂ। ਪਰ ਸੱਪ ਦੇ ਭੈ ਕਰਕੇ ਆਪਾਂ ਬੜੇ ਆਤਰ ਰਹਿੰਦੇ ਹਾਂ, ਕਿਉਂਕਿ ਉਹਦੇ ਵਿੱਚ ਇੱਕ ਦੋਸ਼ ਹੈ, ਉਹ ਦੋਸ਼ ਹੈਗਾ ਅਗਿਆਨ ਦਾ। ਉਸੇ ਤਰ੍ਹਾਂ ਹੀ ਗ੍ਰੰਥਾਕਾਰ ਕਹਿੰਦੇ ਰੱਜੂ ਸਰਪ ਜਿਉਂ ਦ્વੈਤ ਪਛਾਣਿਆ। ਕਹਿੰਦੇ ਰੱਜੂ ਸਰਪ ਦੀ ਤਰ੍ਹਾਂ ਦ્વੈਤ ਨੂੰ ਬੰਦਾ ਪਛਾਣ ਲੈਂਦਾ ਹੈ। ਦ્વੈਤ ਭਾਵ ਹੈ ਹੁਣ ਵਾਸਤਵਿਕਤਾ ਤਾਂ ਹੈਗੀ ਹੈ ਵੀ ਉਹ ਰੱਸੀ ਹੈ, ਤੇ ਬੰਦੇ ਨੇ ਮੰਨ ਲਿਆ ਸੱਪ ਨੂੰ। ਹੁਣ ਸੱਪ ਤੋਂ ਉਹ ਡਰੀ ਜਾਂਦਾ, ਪਰ ਜਦੋਂ ਨੇੜੇ ਗਿਆ ਰੱਸੀ ਦਾ ਪਤਾ ਲੱਗ ਗਿਆ, ਫਿਰ ਛਾਲਾਂ ਮਾਰਦਾ ਜਾਂਦਾ ਇਹ ਤਾਂ ਰੱਸੀ ਸੀ, ਆਪਾਂ ਐਵੇਂ ਡਰੀ ਗਏ। ਇਸ ਲਈ ਐਸੀ ਜਿਹੜੀ ਅਗਿਆਨਤਾ ਦੀ ਜਿਹੜੀ ਪਰਤ ਹੈ, ਅਗਿਆਨਤਾ ਦਾ ਜਿਹੜਾ ਪਰਦਾ ਹੈ, ਉਹਨੂੰ ਲਾਹੁਣ ਦੇ ਲਈ ਗਿਆਨ ਦੀ ਜ਼ਰੂਰਤ ਹੈ, ਨਜ਼ਦੀਕਤਾ ਦੀ ਜ਼ਰੂਰਤ ਹੈ। ਜਦੋਂ ਅਸੀਂ ਰੱਬ ਦੇ ਨੇੜੇ ਹੁੰਦੇ ਹਾਂ ਬੰਦਗੀ ਕਰਕੇ, ਸਾਧਨਾ ਕਰਕੇ, ਤਾਂ ਉਹ ਸਾਰਾ ਅਗਿਆਨ ਦਾ ਪਰਦਾ ਲੈ ਜਾਂਦਾ। ਫਿਰ ਸਾਨੂੰ ਪਤਾ ਲੱਗ ਜਾਂਦਾ ਵਾਸਤਵਿਕਤਾ ਦਾ ਵੀ ਸ੍ਰਿਸ਼ਟੀ ਦੀ ਵਾਸਤਵਿਕਤਾ ਕੀ ਹੈ। ਤੇ ਸਤਿਗੁਰ ਪਾਤਸ਼ਾਹ ਦੀ ਇਹ ਕਿਰਪਾ ਹੈ
ਅੱਗੇ ਨੂੰ ਕੱਲ ਨੂੰ ਆਪਾਂ ਜਿਹੜਾ ਉਹ ਕਾਰਨ ਸ਼੍ਰਵਣ ਕਰਾਂਗੇ ਵੀ ਜਿਹੜਾ ਕਾਰਨ ਕੀ ਹੈ, ਕਿਉਂਕਿ ਵਿਦਾਂਤ ਦੇ ਵਿੱਚ ਕਾਰਨ ਕਿਸ ਢੰਗ ਨਾਲ ਵਰਣਨ ਕੀਤਾ ਗ੍ਰੰਥਾ ਕਾਰਨ। ਇਹ ਦੋ ਗੱਲਾਂ ਪਹਿਲਾਂ ਆਪਾਂ ਸਾਰੇ ਮਤਾਂਤਰਾਂ ਨੂੰ, ਸਾਰੇ ਮਤ ਮਤਾਂਤਰਾਂ ਨੂੰ ਦੇਖ